ਹਾਲੀਵੁੱਡ ਹਿਲਸ ਦੇ ਵਿੱਚ ਜਿਹੜੇ ਵੀ ਘਰ ਸੀਗੇ ਐਲਏ ਦੇ ਵਿੱਚ ਉਹ ਖਿਸਕ ਸਕਦੇ ਆ ਪਹਾੜੀਆਂ ਤੋਂ। ਉਹਨਾਂ ਨੂੰ ਖਤਰਾ ਹੈਗਾ, ਇਸ ਕਰਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਵੀ ਭਾਈ ਘਰ ਆਪਦਾ ਜਿਹੜਾ ਸ਼ਿਫਟ ਕਰ ਲਓ, ਹੋਰ ਪਾਸੇ ਘਰ ਨਹੀਂ, ਜਦੋਂ ਆਪ ਸ਼ਿਫਟ ਹੋ ਜਾਓ ਕਿਉਂਕਿ ਘਰ ਤਾਂ ਕੀ ਕਰ ਲੈਣਗੇ। ਸੋ ਇਹ ਵਾਰਨਿੰਗ ਦੇਣ ਦਾ ਕੀ ਕਾਰਨ ਆ ਵੀ ਲੋਕਾਂ ਦੇ ਤਰੇੜਾਂ ਵਗੈਰਾ ਪੈ ਗਈਆਂ ਘਰਾਂ 'ਤੇ। ਜੀ ਬਰਾੜ ਸਾਹਿਬ, ਹਾਲੀਵੁੱਡ ਹਿਲਸ ਦੇ ਵਿੱਚ ਮਲਟੀਪਲ ਹੋਮਸ ਨੂੰ ਰੈੱਡ ਟੈਗ ਕਰ ਦਿੱਤਾ ਗਿਆ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਉਹਨਾਂ ਨੂੰ ਵਾਰਨਿੰਗ ਇਸ਼ੂ ਕਰ ਦਿੱਤੀ ਹੈ ਕਿਉਂਕਿ ਮਾਮਲਾ ਲੈਂਡ ਸਲਾਈਡਿੰਗ ਦੇ ਨਾਲ ਜੁੜਿਆ ਹੋਇਆ ਹੈ। ਦਰਅਸਲ ਸੰਡੇ ਤੇ ਮੰਡੇ ਨੂੰ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਸਟੋਰਮ ਦੀ ਵਾਰਨਿੰਗ ਦਿੱਤੀ ਗਈ ਹੈ, ਜਿਹਦੇ ਨਾਲ ਹੈਵੀ ਰੇਨਫਾਲ, ਸਟਰੋਂਗ ਵਿੰਡਸ ਦੀ ਪ੍ਰੋਡਕਸ਼ਨ ਵੀ ਹੋਈ ਹੈ ਇਨ ਵੇਰੀਅਸ ਪਾਰਟਸ ਆਫ ਸਦਰਨ ਕੈਲੀਫੋਰਨੀਆ। ਅਸਲ ਦੇ ਵਿੱਚ ਕੀ ਹੈ ਕਿ ਮਲਟੀਪਲ ਸਟੋਰਮਸ ਪਹਿਲਾਂ ਹੀ ਆ ਚੁੱਕੇ ਹੈ ਸਦਰਨ ਕੈਲੀਫੋਰਨੀਆ ਦੇ ਵਿੱਚ, ਜਿਹਦੇ ਕਰਕੇ ਸਦਰਨ ਕੈਲੀਫੋਰਨੀਆ ਦੇ ਮੋਸਟਲੀ ਏਰੀਆਜ਼ ਦੇ ਵਿੱਚ ਜਿਹੜੇ ਗਰਾਊਂਡਸ ਆ ਉਹ ਆਲਰੇਡੀ ਓਵਰ ਸੈਚੂਰੇਟਡ ਆ, ਜਿਨ੍ਹਾਂ ਦੇ ਵਿੱਚ ਪਹਿਲਾਂ ਹੀ ਬਹੁਤ ਸਾਰਾ ਪਾਣੀ ਮੌਜੂਦ ਆ, ਜਿਹਦੇ ਕਰਕੇ ਡੇਂਜਰਸ ਮੱਡ ਸਲਾਈਡਿੰਗ ਹੋ ਰਹੀਆਂ, ਡੈਬਰਿਸ ਫਲੋ ਕਾਫੀ ਚੱਲ ਰਿਹਾ। ਇਸੇ ਦੇ ਦੌਰਾਨ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਨੇ ਵੀ ਇੱਕ ਵਾਰਨਿੰਗ ਇਸ਼ੂ ਕੀਤੀ ਹੈ ਹਾਲੀਵੁੱਡ ਹਿਲਸ ਏਰੀਆ ਦੇ ਵਿੱਚ। ਉਹਨਾਂ ਨੇ ਕਿਹਾ ਕਿ ਸੋਇਲ ਮੂਵਮੈਂਟ ਹੋਊਗੀ, ਕੁਝ ਹੋ ਵੀ ਰਹੀ ਹੈ। ਇਨੀਸ਼ੀਅਲੀ 3-4 ਘਰਾਂ ਨੂੰ ਰੈੱਡ ਟੈਗ ਕੀਤਾ, ਪਰ ਉਹ ਕਹਿੰਦੇ ਕਿ ਸਾਰਿਆਂ ਨੂੰ ਵਾਰਨਿੰਗ ਦੇ ਅਲਰਟ ਰਹਿਣ ਦੀ ਬੜੀ ਜ਼ਰੂਰਤ ਹੈ ਕਿਉਂਕਿ ਖਤਰਾ ਸਾਰਿਆਂ ਦੇ ਲਈ ਹੈ, ਖਤਰਾ ਵੱਧ ਵੀ ਸਕਦਾ ਹੈ, ਅਤੇ ਇਸ ਕਰਕੇ ਘਰਾਂ ਨੂੰ ਇੱਕ ਵਾਰੀ ਇਵੈਕੂਏਟ ਕਰ ਦਿੱਤਾ ਜਾਵੇ। ਜਿਨ੍ਹਾਂ ਨੂੰ ਰੈੱਡ ਟੈਗ ਕੀਤਾ ਹੋਇਆ ਉਹ ਸੇਫ ਥਾਵਾਂ 'ਤੇ ਚਲੇ ਜਾਣ। ਹਾਲਾਂਕਿ ਇਸ ਤੋਂ ਪਹਿਲਾਂ ਸਦਰਨ ਕੈਲੀਫੋਰਨੀਆ ਨੇ ਮਲਟੀਪਲ ਈਅਰਸ ਦੇ ਲਈ ਡਰੌਟ ਫੇਸ ਕੀਤਾ। ਲੰਮੇ ਸਮੇਂ ਤੋਂ ਇੱਥੇ ਸੋਕਾ ਸੀਗਾ। ਜਦੋਂ ਸੋਕੇ ਦੇ ਸਾਲ ਸੀਗੇ ਉਦੋਂ ਕੋਈ ਵੀ ਲੈਂਡ ਮੂਵ ਨਹੀਂ ਹੋਈ, ਉਦੋਂ ਤੱਕ ਇਹ ਘਰ ਸੀਗੇ, ਇਹ ਸੇਫ ਸੀਗੇ। ਪਰ ਹੁਣ ਕਿਉਂਕਿ ਓਵਰ ਸੈਚੂਰੇਟਡ ਹੋ ਗਏ ਹੈ, ਲੈਂਡ ਮੂਵ ਕਰਨ ਲੱਗ ਪਿਆ। ਇਹਦੇ ਬਾਰੇ ਇਹ ਵੀ ਦੱਸਿਆ ਕਿ ਇਹ ਮੂਵਮੈਂਟ ਅਗਲੇ ਕਈ ਹਫ਼ਤਿਆਂ ਦੇ ਵਿੱਚ ਇਹ ਜਾਰੀ ਰਹੂਗੀ, ਚਾਹੇ ਮੀਂਹ ਹੁਣੇ ਹੀ ਰੁਕ ਜਾਵੇ। ਇੱਥੋਂ ਤੱਕ ਕੁਝ ਐਕਸਪਰਟਸ ਦਾ ਇਹ ਵੀ ਮੰਨਣਾ ਕਿ ਹਫ਼ਤੇ ਨਹੀਂ, ਇਹਦਾ ਇੰਪੈਕਟ ਕੁਝ ਮਹੀਨਿਆਂ ਤੱਕ ਵੀ ਰਹਿ ਸਕਦਾ, ਜਿੰਨਾ ਜ਼ਿਆਦਾ ਮੀਂਹ ਇਸ ਮਿੱਟੀ ਨੇ ਸੋਖ ਲਿਆ ਹੈ। ਪ੍ਰੀਵੀਅਸ ਸਟੋਰਮਸ ਦੇ ਕਾਰਨ ਸਦਰਨ ਕੈਲੀਫੋਰਨੀਆ ਵਿੱਚ ਪਹਿਲਾਂ ਤੋਂ ਹੀ ਵਾਰਨਿੰਗ ਮਿਲੀ ਹੋਈ ਹੈ। ਪਿਛਲੇ ਮਹੀਨੇ ਰੈਂਚੋ ਪਾਲੋਸ ਵਰਡਸ ਏਰੀਆ ਦੇ ਵਿੱਚ ਵੀ ਮਲਟੀਪਲ ਘਰਾਂ ਨੂੰ ਰੈੱਡ ਟੈਗ ਕੀਤਾ ਹੋਇਆ ਸੀਗਾ ਇਹਨਾਂ ਸਟੋਰਮਸ ਦੇ ਕਾਰਨ, ਇਹਨਾਂ ਬਾਰਿਸ਼ਾਂ ਦੇ ਕਾਰਨ। ਦੇਖੋ ਜੀ, ਆਪਾਂ ਪਿਛਲੇ ਜੇ ਪਹਿਲਾਂ ਖਬਰ ਕੀਤੀ ਸੀ ਵੀ ਕੋਈ ਸਮੁੰਦਰ ਦੇ ਕਿਨਾਰੇ ਘਰ ਸੀਗਾ ਅਤੇ ਉਹ ਬਜ਼ੁਰਗ ਕਹਿੰਦਾ ਵੀ ਮੈਂ ਨਹੀਂ ਇੱਥੋਂ ਆਪਦਾ ਘਰ ਲੈ ਕੇ ਜਾਂਦਾ, ਮਰਦਾ ਤਾਂ ਮੈਂ ਚਾਹੇ ਕੁਛ ਮਰਜ਼ੀ ਹੋ ਜੇ, ਮੈਂ ਡਰਦਾ ਨਹੀਂ ਹੈਗਾ। ਸੋ ਇਹ ਕਿੰਨੀ ਕੁ ਬੁੱਧੀਮਾਨਤਾ ਹੁੰਦੀ ਹੈ। ਹੁਣ ਆਪਾਂ ਖਬਰ ਕਰ ਰਹੇ ਹਾਂ ਵੀ ਪਹਾੜੀਆਂ ਭੂੜੀਆਂ 'ਤੇ ਘਰ ਲੈਣਾ ਜਾਂ ਇਹੋ ਜਿਹੇ ਥਾਵਾਂ 'ਤੇ ਲੈਣਾ, ਇੱਥੇ ਮਹਿੰਗਾ ਵੀ ਵੈਸੇ ਘਰ ਕਾਫੀ ਹੁੰਦਾ, ਅਤੇ ਲੌਂਗ ਟਰਮ ਮੈਨੂੰ ਲੱਗਦਾ ਨਹੀਂ ਵੀ ਬਹੁਤਾ ਕੋਈ ਫਾਇਦੇ ਵਾਲਾ ਕੰਮ ਹੁੰਦਾ ਇਹ। ਬਿਲਕੁਲ ਬਰਾੜ ਸਾਹਿਬ, ਪਰ ਕਈ ਲੋਕਾਂ ਦਾ ਸ਼ੌਂਕ ਹੁੰਦਾ ਨਾ ਕਿ ਮੈਂ ਥੋੜ੍ਹਾ ਆਈਸੋਲੇਟਡ ਜੀਵਨ ਵੀ ਆਪਦਾ ਸਪੈਂਡ ਕਰਕੇ ਦੇਖਾਂ। ਉਹਨਾਂ ਦੇ ਕੋਲ ਮਲਟੀਪਲ ਘਰ ਹੁੰਦੇ ਆ, ਕੋਈ ਉਹਨਾਂ ਦਾ ਬਹੁਤ ਟੌਪ ਦੀ ਲੋਕੈਲਿਟੀ 'ਚ ਹੁੰਦਾ, ਬਹੁਤ ਵਧੀਆ ਥਾਂ 'ਤੇ ਜਿੱਥੇ ਸਾਰੀਆਂ ਫੈਸਿਲਿਟੀਜ਼ ਹੁੰਦੀਆਂ। ਕਹਿੰਦੇ ਵੀਕਐਂਡ ਦੇ ਲਈ ਅਸੀਂ ਫਲਾਣੀ ਥਾਂ 'ਤੇ ਜਾਣਾ, ਕੋਈ ਬੀਚ ਦੇ ਕੰਢੇ 'ਤੇ, ਕੋਈ ਇੱਦਾਂ ਦਾ। ਗੱਲ ਤਾਂ ਤੁਹਾਡੀ ਠੀਕ ਹੈ ਕਿ ਜਿੱਥੇ ਇਹ ਨਹੀਂ ਪਤਾ ਕਿ 5-7 ਸਾਲਾਂ ਬਾਅਦ ਉਹਨੂੰ ਦਿੱਕਤ ਸਡਨਲੀ ਕਦੋਂ ਆ ਜਾਵੇ, ਇਹੋ ਜਿਹੇ ਏਰੀਆਜ਼ ਦੇ ਵਿੱਚ ਜਿਹਦੀ ਤਾਂ ਮਜਬੂਰੀ ਆ, ਜਿਹਦੇ ਕੋਲ ਕੋਈ ਹੋਰ ਆਪਸ਼ਨ ਨਹੀਂ, ਉਹਦੇ ਲਈ ਤਾਂ ਆਪਾਂ ਨੂੰ ਸਮਝ ਦੇ ਵਿੱਚ ਆਉਂਦਾ ਕਿ ਉਹਦੀ ਮਜਬੂਰੀ, ਉਹਨੂੰ ਰਹਿਣਾ ਹੀ ਪੈਣਾ। ਪਰ ਜਿਹੜਾ ਸ਼ੌਕੀਆ ਤੌਰ 'ਤੇ ਰਹਿੰਦਾ ਹੈ ਅਤੇ ਬਾਅਦ ਵਿੱਚ ਮੂਵ ਹੋਣ ਤੋਂ ਇਨਕਾਰ ਕਰ ਦਿੰਦਾ, ਬਜਿੱਦ ਹੋ ਜਾਂਦਾ ਕਿ ਮੈਂ ਘਰ ਨਹੀਂ ਛੱਡਣਾ, ਫਿਰ ਉਹ ਨਿਰੀ ਪੂਰੀ ਮੂਰਖਤਾ। ਕਿਉਂਕਿ ਜਦੋਂ ਡਿਪਾਰਟਮੈਂਟ ਨੇ ਵਾਰਨਿੰਗ ਇਸ਼ੂ ਕਰ ਦਿੱਤੀ ਆ, ਡਿਪਾਰਟਮੈਂਟ ਨੇ ਕੁਝ ਨਾ ਕੁਝ ਫੋਰਕਾਸਟ ਕੀਤਾ, ਉਹਨੇ ਕੋਈ ਨਾ ਕੋਈ ਸਿੱਟਾ ਕੱਢਿਆ ਪਹਿਲਾਂ ਕਿ ਕਿਸ ਲੈਵਲ ਤੱਕ ਦਾ ਨੁਕਸਾਨ ਹੋ ਸਕਦਾ। ਸੋ ਜਦੋਂ ਇੱਦਾਂ ਦੀ ਵਾਰਨਿੰਗ ਆਉਂਦੀ ਆ, ਉਦੋਂ ਅੱਗੋਂ ਜਿੱਦ ਕਰਨ ਦੀ ਜ਼ਰੂਰਤ ਨਹੀਂ, ਡਿਪਾਰਟਮੈਂਟ ਦੀ ਗੱਲ ਮੰਨਣੀ ਚਾਹੀਦੀ ਹੈ ਕਿਉਂਕਿ ਨੁਕਸਾਨ ਬਹੁਤ ਵੱਡਾ ਹੋ ਸਕਦਾ। ਆਪਾਂ ਜਿਹੜੀਆਂ ਫੋਟੋਜ਼ ਪਾਈਆਂ ਇਹ ਵਾਰਨਿੰਗ ਤੋਂ ਪਹਿਲਾਂ ਦੀਆਂ, ਜਿੱਥੇ ਕਈ ਘਰਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ, ਕਿਉਂਕਿ ਜਦੋਂ ਥੱਲੋਂ ਮਿੱਟੀ ਖਿਸਕਣ ਲੱਗ ਪਈ ਫਿਰ ਉਤਲਾ ਸਟਰਕਚਰ ਆ ਉਹਨੇ ਕਾਹਦੇ ਸਾਰੇ ਖੜੇ ਰਹਿਣਾ।